हाँ जी, अज है 10 मार्च 2022 ਤੇ ਰੋਜ਼ਾਨਾ ਦੀ ਤਰ੍ਹਾਂ ਖਬਰਾਂ ਦਾ ਸਿਲਸਿਲਾ ਜੋ ਹੈ ਨਵੀਨ ਖਬਰਾਂ ਦਾ ਮਸਲਾ ਅੱਜ ਆਪਾਂ ਸਾਂਝਾ ਕਰਦੇ ਹਾਂ। ਸੋ ਅੱਜ ਦਾ ਜੋ ਨਵੀਨ ਮੁੱਦਾ ਸਾਡੇ ਸਾਹਮਣੇ ਆਇਆ ਉਹ ਹੈ ਕਿ ਕੌਮੀ ਪੈਨਸ਼ਨ ਪ੍ਰਣਾਲੀ। ਕੌਮੀ ਪੈਨਸ਼ਨ ਪ੍ਰਣਾਲੀ ਭਾਵ ਕਿ ਪੈਨਸ਼ਨ ਸਾਨੂੰ ਸਭ ਨੂੰ ਪਤਾ ਹੈ। ਇਸ ਦੇ ਵਿੱਚ ਜੋ ਅੱਜ ਸਾਡੇ ਕੋਲ ਨਵੀਨ ਮੁੱਦਾ ਜੋ ਸਾਹਮਣੇ ਆਇਆ ਉਹ ਹੈ ਛੱਤੀਸਗੜ੍ਹ ਦਾ, ਕਿ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪਾਲ ਬਘੇਲ ਨੇ ਬੁੱਧਵਾਰ ਨੂੰ ਆਪਣੇ ਬਜਟ ਭਾਸ਼ਣ ਦੇ ਵਿੱਚ ਸਰਕਾਰ ਦੇ ਕਰਮਚਾਰੀਆਂ ਦੇ ਲਈ ਜਿਹੜੀ ਪੁਰਾਣੀ ਪੈਨਸ਼ਨ ਪ੍ਰਣਾਲੀ ਸੀਗੀ, ਪੁਰਾਣੀ ਪੈਨਸ਼ਨ ਸਕੀਮ ਸੀਗੀ, ਉਸ ਨੂੰ ਵਾਪਸ ਲੈਣ ਦਾ ਜਿਹੜਾ ਐਲਾਨ ਕੀਤਾ ਤੇ ਸਾਲਾਨਾ ਵਿਧਾਇਕ ਸਥਾਨਕ ਖੇਤਰ ਵਿਕਾਸ ਨੂੰ ਦੁੱਗਣਾ ਕਰਨ ਦੇ ਸਰਕਾਰ ਦੇ ਜਿਹੜੇ ਫੈਸਲੇ ਉਸ ਦਾ ਐਲਾਨ ਕੀਤਾ। ਹੁਣ ਦੇਖੋ, ਆਓ ਅਸੀਂ ਜਾਣਦੇ ਹਾਂ ਕੁਝ ਨੈਸ਼ਨਲ ਪੈਨਸ਼ਨ ਸਿਸਟਮ ਬਾਰੇ। ਕੀ ਇਸ ਦੇ ਵਿੱਚ ਹੁੰਦਾ ਹੈ ਕਿ ਨੈਸ਼ਨਲ ਪੈਨਸ਼ਨ ਸਿਸਟਮ ਟਰਸਟ ਪੈਨਸ਼ਨ ਫੰਡ ਰੈਗੂਲੇਟਰੀ ਅਤੇ ਵਿਕਾਸ ਅਥਾਰਟੀ ਦਾ ਇੱਕ ਵਿਸ਼ੇਸ਼ ਡਿਵੀਜ਼ਨ ਹੈ ਜੋ ਕਿ ਭਾਰਤ ਸਰਕਾਰ ਦੇ ਵਿੱਤ ਮੰਤਰਾਲੇ ਦੇ ਅਧਿਕਾਰ ਖੇਤਰ ਦੇ ਵਿੱਚ ਆਉਂਦੀ ਹੈ। ਦੇਖੋ, ਪੈਨਸ਼ਨ ਸਿਸਟਮ ਹੁੰਦਾ ਜਿਹੜਾ ਇਹ ਇੱਕ ਭਾਰਤ ਦਾ ਸਵੈ ਇੱਛਤ ਪ੍ਰਭਾਸ਼ਿਤ ਯੋਗਦਾਨ ਪ੍ਰਣਾਲੀ ਹੈ ਜਿਸ ਦੇ ਵਿੱਚ ਅਲੱਗ-ਅਲੱਗ ਹੈ ਜਿਹੜਾ ਪੀਐਫ ਦੇ ਮਾਤਰ ਦੇ ਵਿੱਚ ਸਾਨੂੰ ਜਿਹੜਾ ਕੱਟਿਆ ਜਾਂਦਾ ਉਸ ਤੋਂ ਬਾਅਦ ਸਾਨੂੰ ਜਿਹੜੀ ਪੂਰੀ ਅਦਾਇਗੀ ਹੁੰਦੀ ਹੈ ਸਾਡੀ ਰਕਮ ਦੀ। ਸੋ ਨੈਸ਼ਨਲ ਪੈਨਸ਼ਨ ਸਿਸਟਮ ਹੈ ਜਿਹੜਾ ਉਹ ਪੀਪੀਐਫ ਤੇ ਈਪੀਐਫ ਭਾਰਤ ਦੇ ਵਿੱਚ ਇੱਕ ਛੋਟ ਯੰਤਰ ਹੈ, ਛੋਟ ਪ੍ਰਣਾਲੀ ਹੈ ਜਿੱਥੇ ਪੂਰੀ ਰਕਮ ਦਾ ਪਰਪੱਕਤਾ ਦੇ ਤੌਰ ਤੇ ਉਹ ਜਿਹੜੀ ਰਕਮ ਹੁੰਦੀ ਹੈ ਉਹ ਟੈਕਸ ਤੋਂ ਬਚ ਜਾਂਦੀ ਹੈ ਤੇ ਸਾਰੀ ਪੈਨਸ਼ਨ ਕਢਵਾਉਣ ਦੀ ਜਿਹੜੀ ਰਕਮ ਹੈ ਉਹ ਟੈਕਸ ਮੁਕਤ ਹੁੰਦੀ ਹੈ, ਭਾਵ ਕਿ ਉਸ ਤੇ ਕੋਈ ਟੈਕਸ ਨਹੀਂ ਲੱਗਦਾ। ਹੁਣ ਜਿਹੜਾ ਐਨਪੀਐਸ ਦੀ ਸ਼ੁਰੂਆਤ ਹੈ ਜਿਹੜੀ ਉਹ ਹੋਈ ਸੀਗੀ ਭਾਰਤ ਸਰਕਾਰ ਦੇ ਆਪਣੇ ਕਰਮਚਾਰੀਆਂ ਦੇ ਲਈ, ਉਹਨਾਂ ਨੂੰ ਕੁਝ ਲਾਭ ਪਹੁੰਚਾਉਣ ਦੇ ਲਈ, ਲਾਭ ਪੈਨਸ਼ਨਾਂ ਨੂੰ ਰੋਕਣ ਦੇ ਲਈ ਇਸ ਫੈਸਲੇ ਦੇ ਨਾਲ ਹੋਈ ਸੀਗੀ, ਜੋ ਕਿ ਇਹ ਹੋਈ ਸੀ 1 ਅਪ੍ਰੈਲ 2004 ਨੂੰ। ਜੋ ਇਸ ਕੁਝ ਮੁੱਦੇ ਸੀਗੇ ਜੋ ਇਸ ਦੇ ਵਿੱਚ ਬਾਅਦ ਚ ਸ਼ਾਮਿਲ ਹੋਏ। ਹਾਲਾਂਕਿ ਇਹ ਸਕੀਮ ਸ਼ੁਰੂ ਦੇ ਵਿੱਚ ਇੱਕ ਸਿਰਫ ਸਰਕਾਰੀ ਜੋ ਕਰਮਚਾਰੀ ਸੀਗੇ, ਸਰਕਾਰੀ ਜਿਹੜੇ ਗਵਰਨਮੈਂਟ EMPLOYEE ਸੀਗੇ ਉਹਨਾਂ ਦੇ ਵਾਸਤੇ ਲਾਗੂ ਕੀਤੀ ਗਈ ਸੀ, ਤਿਆਰ ਹੋਈ ਸੀ। ਇਸ ਨੂੰ ਅਕਤੂਬਰ 2019 ਦੇ ਵਿੱਚ ਜਿਹੜਾ OCI ਤਾਂ ਜਿਹੜੇ ਇਹ ਜਿਹੇ ਕਾਰਡ ਧਾਰਕ ਹੋਏ ਆ ਜਾਂ PIO ਦੇ ਲਈ 2009 ਦੇ ਵਿੱਚ 18 ਤੋਂ ਮਤਲਬ ਉਮਰ ਨਿਰਧਾਰਿਤ ਕੀਤੀ ਗਈ ਸੀਗੀ 18 ਤੋਂ 65 ਸਾਲ ਦੀ ਉਮਰ ਦੇ ਵਿਚਕਾਰ ਭਾਰਤ ਦੇ ਸਾਰੇ ਨਾਗਰਿਕਾਂ ਦੇ ਲਈ ਬਾਅਦ ਦੇ ਵਿੱਚ ਇਹ ਸਕੀਮ ਹੈ ਜਿਹੜੀ ਉਹ ਐਲਾਨੀ ਗਈ ਸੀਗੀ। ਕਿੰਨੇ ਤੋਂ ਕਿੰਨੇ ਟਾਈਮ ਤੱਕ ਹੈ ਜਿਹੜੀ ਉਹ ਪੈਨਸ਼ਨ ਦੀ ਦਰ ਹੈ ਜਿਹੜੀ ਉਹ ਇੱਕ ਵਰਕ ਦੀ ਦਰ, ਇੱਕ ਕਾਰਜ ਦੀ ਦਰ, ਇੱਕ ਪੈਨਸ਼ਨ ਦੀ ਦਰ ਹੈ ਜਿਹੜੀ ਉਹ ਮਿਥੀ ਗਈ ਸੀਗੀ। ਹੁਣ ਦੇਖੋ 26 ਅਗਸਤ 2021 ਨੂੰ ਇਹ ਕੀ ਹੋਇਆ ਕਿ ਜਿਹੜੀ ਇਹ ਨੈਸ਼ਨਲ ਸਰਵਿਸ ਸਿਸਟਮ ਹੈ ਸਾਡੀ ਸਕੀਮ ਦਾ ਪੈਨਸ਼ਨ ਦਾ, ਇਸ ਲਈ ਦਾਖਲਾ ਉਮਰ ਜਿਹੜੀ ਹੈ ਉਹ ਨਿਸ਼ਚਿਤ ਕੀਤੀ ਗਈ ਸੀਗੀ 65, ਪਰ ਉਸ ਤੋਂ ਬਾਅਦ 2021 ਦੇ ਵਿੱਚ ਹੁਣ ਵਧਾ ਕੇ ਕਿੰਨੀ ਕਰ ਦਿੱਤੀ ਗਈ ਹੈ 70 ਸਾਲ। ਸੋਧੀ ਗਈ ਇਸ ਦੇ ਵਿੱਚ ਸੋਧ ਹੋਏ ਨਿਯਮਾਂ ਅਨੁਸਾਰ 65 ਤੋਂ ਜਿਹੜੀ 70 ਸਾਲ ਦੀ ਉਮਰ ਤੱਕ ਦੇ ਵਿਚਕਾਰ ਅਗਰ ਕੋਈ ਵੀ ਮਤਲਬ ਭਾਰਤੀ ਨਾਗਰਿਕ ਹੈ ਜਾਂ ਨਿਵਾਸੀ ਹੈ, ਅਸੀਂ ਗੈਰ ਨਿਵਾਸੀ ਹੈ ਜਾਂ ਕੋਈ ਵੀ ਓਵਰਸੀਜ਼ ਸਿਟੀਜ਼ਨ ਹੈ ਆਫ ਇੰਡੀਆ ਦਾ, ਇਹ ਕੀ ਹੋਇਆ ਸ਼ਾਮਿਲ ਹੋ ਸਕਦਾ ਹੈ 75 ਸਾਲ ਦੀ ਉਮਰ ਤੱਕ ਜਿਹੜੇ ਇਹ NPS ਜਿਹੜੇ ਖਾਤੇ ਇਸ ਨੂੰ ਜਾਰੀ ਰੱਖ ਸਕਦਾ ਹੈ ਜਾਂ ਮੁਲਤਵੀ ਵੀ ਕਰ ਸਕਦਾ ਹੈ। ਹੁਣ ਦੇਖੋ, ਇਹ ਪੈਨਸ਼ਨ ਜਿਹੜਾ ਫੰਡ ਰੈਗੂਲੇਟਰੀ ਹੈ ਜਿਹੜੇ ਐਂਡ ਡਿਵੈਲਪਮੈਂਟ ਅਥਾਰਟੀ ਹੈ, ਭਾਵ ਕਿ PFRDA ਦੁਆਰਾ ਚਲਾਇਆ ਗਿਆ ਅਤੇ ਨਿਰੰਤਰ ਕੀਤਾ ਜਾਣ ਵਾਲੀ ਇਹ ਪ੍ਰਣਾਲੀ ਹੈ। ਇਸ ਦੇ ਵਿੱਚ ਕੀ ਹੁੰਦਾ ਹੈ ਕਿ ਇੱਕ ਕੁਝ ਹੋਰ ਜਿਹੜੀ ਇਹ ਧਾਰਨਾ ਆਈ ਸੀਗੀ ਕਿ 10 ਸਤੰਬਰ 2018 ਨੂੰ ਕੀ ਹੋਇਆ ਕਿ ਭਾਰਤ ਸਰਕਾਰ ਨੇ NPS ਨੂੰ ਭਾਰਤ ਵਿੱਚ ਪੂਰੀ ਤਰ੍ਹਾਂ ਟੈਕਸ ਮੁਕਤ ਸਾਧਨ ਬਣਾਇਆ ਜਿੱਥੇ ਪਰਪੱਕਤਾ ਤੇ ਸਾਰੀ ਰਕਮ ਹੈ ਜਿਹੜੀ ਉਹ ਟੈਕਸ ਤੋਂ ਕੀ ਸੀਗੀ ਬਚ ਜਾਵੇਗੀ ਤੇ ਜਿਹੜੀ 40% ਦਾ ਜਿਹੜਾ ਹਿੱਸਾ ਉਹ ਵੀ ਸੇਵਾ ਮੁਕਤ ਟੈਕਸ ਮੁਕਤ ਹੋਵੇਗਾ। ਹੁਣ ਦੇਖੋ, ਇਸ ਸਕੀਮ ਦੇ ਅੰਦਰ ਕੌਣ ਹੈ ਜਿਹੜਾ ਉਹ ਸ਼ਾਮਿਲ ਹੋ ਸਕਦਾ ਹੈ। ਸਭ ਤੋਂ ਪਹਿਲਾਂ ਨਿਯਮ ਦੇ ਤੌਰ ਤੇ ਅਸੀਂ ਗੱਲ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਆਪਣੇ ਕੋਲ ਆਉਂਦਾ ਹੈ ਕਿ ਉਹ ਭਾਰਤ ਦਾ ਨਾਗਰਿਕ ਹੋਵੇ, ਸਿਟੀਜ਼ਨ ਹੋਵੇ, ਭਾਵੇਂ ਉਹ ਵਸਨੀਕ ਹੋਵੇ ਜਾਂ ਗੈਰ ਨਿਵਾਸੀ ਹੋਵੇ, ਜਾਂ ਉਹ ਕਾਰਡ ਜਿਹੜਾ OCI ਕਾਰਡ ਧਾਰਕ ਹੋਵੇ NPS ਉਸ ਦੇ ਵਿੱਚ ਉਹ ਸ਼ਾਮਿਲ ਹੋ ਸਕਦਾ ਹੈ। ਹੁਣ ਕੀ ਹੈ ਕਿ ਓਵਰਸੀਜ਼ ਜਿਹੜੇ ਸਿਟੀਜ਼ਨ ਆਫ ਇੰਡੀਆ ਹੈ ਯਾਨੀ ਕਿ ਇਹਨਾਂ ਦੇ ਵਿੱਚ ਜਿਹੜੇ ਖਾਤੇ ਹੁੰਦੇ ਆ NPS ਜਿਹੜੇ ਟੀਅਰ ਹੈ, ਇਸ ਦੇ ਵਿੱਚ ਜਿਹੜਾ ਪਹਿਲਾ ਖਾਤਿਆਂ ਦੇ ਵਿੱਚ ਜਿਹੜਾ ਨਿਵੇਸ਼ ਕਰਨ ਦੇ ਲਈ ਦਾਖਲਾ ਲੈ ਸਕਦਾ ਹੈ। ਹੁਣ ਕੁਝ ਅਗਰ ਕੋਈ ਦਾਖਲਾ ਲੈਂਦਾ ਇਸ ਦੇ ਵਿੱਚ ਇਸ ਸਕੀਮ ਦਾ ਤਾਂ ਉਹਨਾਂ
ਉਹਨਾਂ ਨੂੰ ਹੇਠ ਲਿਖੀਆਂ ਜਿਹੜੀਆਂ ਗੱਲਾਂ ਉਹਨਾਂ ਤੇ ਜੋ ਕੁਝ ਸ਼ਰਤਾਂ ਹੁੰਦੀਆਂ, ਟਰਮਸ ਐਂਡ ਕੰਡੀਸ਼ਨਸ ਹੁੰਦੀਆਂ, ਉਹ ਕਿਹੜੀਆਂ ਕਿ ਗਾਹਕ ਦੀ ਜਿਹੜੀ ਉਮਰ ਹੈ, ਕਸਟਮਰ ਦੀ ਜਿਹੜੀ ਉਮਰ ਹੈ ਉਹ 18 ਤੋਂ 70 ਦੇ ਵਿਚਕਾਰ ਹੋਣੀ ਚਾਹੀਦੀ ਹੈ, ਜੋ ਉਸਦੀ ਬਿਨੇ ਪੱਤਰ ਨੂੰ ਪੁਆਇੰਟ ਆਫ ਜਿਹੜਾ ਪ੍ਰੋਸੈਸ ਹੈ ਜਾਂ ਉਹ ਕਰ ਸਕੇ। ਹੁਣ ਦੇਖੋ ਕੀ ਹੈ ਕਿ POP ਦੀਆਂ ਅਧਿਕਾਰਤ ਜਿਹੜੀਆਂ ਹੈਗੀਆਂ ਸ਼ਾਖਾਵਾਂ ਵਿੱਚ ਜਮ੍ਹਾਂ ਕਰਾਉਣ ਦੀ ਮਿਤੀ ਤੱਕ, ਮਤਲਬ ਇਹ ਸਾਰਾ ਕੁਝ ਅਕਾਊਂਟ ਹੋਣਾ ਚਾਹੀਦਾ, ਇੱਕ ਨਿਸ਼ਚਿਤ ਹੋਣਾ ਚਾਹੀਦਾ ਹੈ। ਗਾਹਕਾਂ ਨੂੰ ਗਾਹਕ ਰਜਿਸਟ੍ਰੇਸ਼ਨ ਫਾਰਮ ਦੇ ਵਿੱਚ ਵੇਰਵੇ ਅਨੁਸਾਰ ਆਪਣੇ ਗਾਹਕ ਨੂੰ ਜਾਣੋ ਨਿਯਮ ਜਿਹੜੇ ਉਹਨਾਂ ਦੇ ਪ੍ਰਤੀ, ਉਹਨਾਂ ਦੇ ਨਿਯਮ ਜੋ ਵੀ ਪ੍ਰਣਾਲੀ, ਇਸ ਪ੍ਰਣਾਲੀ ਦੇ ਜਿਹੜੇ ਨਿਯਮ ਹੈ ਉਹਨਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਦੀਵਾਲੀਆ ਜਾਂ ਨਾ ਠੀਕ ਹੋਣ ਵਾਲੇ ਵਿਅਕਤੀਆਂ ਨੂੰ ਛੁੱਟੀ ਤੋਂ ਮੁਕਤ ਹੋਣਾ ਚਾਹੀਦਾ ਹੈ। ਹੁਣ ਇੱਥੇ ਕੀ ਹੈ ਕਿ ਗੈਰ ਨਿਵਾਸੀ ਹੈ ਜਿਹੜਾ ਉਹ ਵੀ ਖਾਤਾ ਹੈ ਜਿਹੜਾ ਖੋਲ ਸਕਦਾ ਹੈ, ਪਰ ਜੇ ਪ੍ਰਵਾਸੀ ਭਾਰਤ ਦੀ ਨਾਗਰਿਕਤਾ ਦੀ ਸਥਿਤੀ ਜਿਹੜੀ ਹੈ ਉਹ ਬਦਲ ਦਿੱਤੀ ਗਈ ਹੈ, ਜੇ ਬਦਲ ਦਿੱਤੀ ਜਾਵੇ ਤਾਂ ਇਹ ਜਿਹੜਾ ਖਾਤਾ ਹੈਗਾ ਜ਼ਰੂਰ ਬੰਦ ਹੋ ਜਾਵੇਗਾ। ਹੁਣ ਕੀ ਹੈ ਕਿ ਅਗਰ ਕੋਈ ਇਸ ਚੋਂ ਨਿਕਲ ਜਾਂਦਾ ਤਾਂ ਵਾਪਸੀ ਕਿਵੇਂ ਹੈ? 70 ਸਾਲ ਦੀ ਉਮਰ ਤੋਂ ਪਹਿਲਾਂ NPS ਜਿਹੜਾ ਹੈਗਾ ਇਸ ਵਿੱਚ ਸਮੇਂ ਤੋਂ ਪਹਿਲਾਂ ਕਢਵਾਉਣ ਦੇ ਲਈ ਰਕਮ ਦਾ 80% ਹਿੱਸਾ ਹੈ ਜਿਹੜਾ ਉਹ ਵਾਰਸ਼ਿਕ ਵਿੱਚ ਪਾਰਕ ਕਰਨ ਦੀ ਲੋੜ ਹੁੰਦੀ ਹੈ। ਦੂਜਾ ਇਹ ਹੈ ਸਾਡੇ ਕੋਲ ਕਿ ਇਸ ਦੇ ਵਿੱਚ 60 ਸਾਲਾਂ ਤੋਂ ਪਹਿਲਾਂ ਦੀ ਜਿਹੜੀ ਬੱਚਤ ਹੁੰਦੀ ਹੈ ਉਸ ਦਾ ਉਹ 20% ਹੈ ਜਿਹੜਾ ਹਿੱਸਾ ਉਹ ਕਢਵਾ ਸਕਦਾ ਹੈਗਾ ਰਕਮ ਦੇ ਰੂਪ ਚ, ਪਰ ਉਸ ਨੂੰ ਬਚਤਾਂ ਦੇ 80% ਜਿਹੜਾ ਹਿੱਸਾ ਹੈ ਉਸ ਦੀ ਖਰੀਦ ਹੈ ਜਿਹੜੀ ਉਹ ਰੱਖਣੀ ਚਾਹੀਦੀ ਹੈ, ਉਸ ਕੋਲ ਪ੍ਰੂਫ ਹੋਣਾ ਚਾਹੀਦਾ ਹੈ। 2016 ਦੇ ਵਿੱਚ NPS ਨੇ ਕੁਝ ਸ਼ਰਤਾਂ ਦੇ ਨਾਲ ਘੱਟੋ ਘੱਟ 3 ਸਾਲ ਪੁਰਾਣੀ ਹੋਣ ਤੇ ਖਾਸ ਕਾਰਨਾਂ ਕਰਕੇ 25% ਤੱਕ ਦੇ ਯੋਗਦਾਨ ਨੂੰ ਵਾਪਸ ਲੈਣ ਦੀ ਜਿਹੜੀ ਆਗਿਆ ਉਹ ਦਿੱਤੀ ਸੀਗੀ। ਜੇ ਇਕੱਤਰ ਕੀਤੀ ਹੋਈ ਪੈਨਸ਼ਨ ਸਾਡੇ ਕੋਲ 5 ਲੱਖ ਰੁਪਏ ਹੈ ਤੋਂ ਘੱਟ ਹੈ ਤਾਂ ਵਿਅਕਤੀ ਹੈ ਜਿਹੜਾ ਉਹ ਪੂਰੀ ਰਕਮ ਕਢਾ ਸਕਦਾ। ਟਰਮਸ ਐਂਡ ਕੰਡੀਸ਼ਨਸ ਆ ਜਿਹੜੀਆਂ ਇਸ ਦੇ ਵਿੱਚ ਵੀ ਲਾਗੂ ਹੁੰਦੀਆਂ। ਹੁਣ ਕੀ ਹੈ ਕਿ ਇਸ ਦੇ ਵਿੱਚ ਕੁਝ ਜਿਹੜੀਆਂ ਗੱਲਾਂ ਹੈਗੀਆਂ ਉਹ ਉਹਨਾਂ ਦੇ ਵਿੱਚ ਪਰਿਵਰਤਨ ਹੈ ਜਿਹੜਾ ਕੁਝ ਨਿਯਮ ਦੇ ਵਿੱਚ ਸਮੇਂ ਦੇ ਅਕੋਰਡਿੰਗ ਪਰਿਵਰਤਨ ਹੁੰਦਾ ਰਹਿੰਦਾ ਹੈ। ਹੁਣ ਦੇਖੋ ਸੈਕਿੰਡ ਮੁੱਦਾ ਜੋ ਅੱਜ ਸਾਡੇ ਸਾਹਮਣੇ ਆਇਆ ਅੱਜ ਦੇ ਦਿਨ, ਉਹ ਹੈ ਕਿ ਭਾਰਤ ਦੇ ਵਿੱਚ ਅਬੋਰਸ਼ਨ ਦੀ ਜਿਹੜੀ ਹੈ ਸਥਿਤੀ ਕੀ ਹੈ, ਗਰਭਪਾਤ। ਹੁਣ ਦੇਖੋ ਕਹਿੰਦੇ ਰੇਪਸ ਜਿਹੜੇ ਆ ਉਹ ਰੇਪ ਹੋ ਰਹੇ ਆ ਬਾਰ-ਬਾਰ 10 ਸਾਲਾਂ ਜਿਹੜਾ ਅਗਰ ਕਿਸੇ ਨਾਲ ਰੇਪ ਹੁੰਦਾ, ਪੀੜਤ ਦੀ ਜਿਹੜੀ ਬੇਸਹਾਰਾ ਮਾਂ ਹੈ ਆਪਣੀ ਧੀ ਨੂੰ, ਉਹ ਅਗਰ ਕੋਈ ਕੁਝ ਅਜਿਹਾ ਅਨਹੋਣੀ ਵਾਪਰਦੀ ਹੈ ਤਾਂ ਉਹ ਨਿਆਂ ਦੇ ਦਰਵਾਜ਼ੇ ਆ ਜਿਹੜੇ ਉਹ ਖਟਕਾ ਰਹੀ ਹੈ। ਤਾਂ ਇਸ ਅਧੀਨ ਜੋ ਜਿਹੜੀ ਇਹ ਪੂਰਾ ਸਿਸਟਮ ਇਸ ਦੇ ਅਧੀਨ ਯਾਨੀ ਕਿ ਰੇਪ ਦੇ ਅਧੀਨ ਜਾਂ ਅਬੋਰਸ਼ਨ ਦੇ ਅਧੀਨ ਕਿਹੜੇ ਨਿਯਮ ਹੈ ਜਿਹੜੇ ਭਾਰਤ ਸਰਕਾਰ ਦੁਆਰਾ ਕਿਹੜੇ ਐਕਟ ਹੈ, ਕਿਹੜੀਆਂ ਇਸ ਵਿੱਚ ਸੋਧਾਂ ਹੋਈਆਂ ਤਾਂ ਕਰਕੇ ਅਜਿਹਾ ਕੁਝ ਹੁੰਦਾ ਹੈ ਤਾਂ ਉਹ ਕਿਹਨਾਂ ਐਕਟ ਦੇ ਥਰੂ ਕਿਹਨਾਂ ਨਿਯਮਾਂ ਦੇ ਥਰੂ ਅਜਿਹੀ ਜਿਹੜੀ ਇਹ ਕੰਡੀਸ਼ਨ ਦਾ ਸਾਹਮਣਾ ਕਰ ਸਕਦੇ ਆ। ਹੁਣ ਦੇਖੋ ਕਹਿੰਦੇ 1971 ਦੇ ਵਿੱਚ 1971 ਦੇ ਵਿੱਚ ਮੈਡੀਕਲ ਟਰਮੀਨੇਸ਼ਨ ਆਫ ਪ੍ਰੈਗਨੈਂਸੀ ਐਕਟ ਲਾਗੂ ਹੋਇਆ ਸੀਗਾ। ਇਹਦੇ ਪਿਛਲੇ 50 ਸਾਲਾਂ ਤੋਂ ਭਾਰਤ ਦੇ ਵਿੱਚ ਜਿਹੜੇ ਗਰਭਪਾਤ ਸੰਬੰਧੀ ਵੱਖ-ਵੱਖ ਹਾਲਾਤਾਂ ਦੇ ਵਿੱਚ ਕਾਨੂੰਨ ਹੈ ਜਿਹੜਾ ਉਹ ਰਿਹਾ। ਇਸ ਐਕਟ ਦੇ ਵਿੱਚ ਕੁਝ ਸੋਧ ਕੀਤੀ ਗਈ ਸੀਗੀ, ਉਹ 2003 ਦੇ ਵਿੱਚ ਕੀਤੀ ਗਈ ਤਾਂ ਕਿ ਔਰਤਾਂ ਨੂੰ ਕੀ ਹੈ ਕਿ ਸੁਰੱਖਿਆ ਪ੍ਰਦਾਨ ਕਰਵਾਈ ਜਾ ਸਕੇ ਤੇ ਕਾਨੂੰਨੀ ਜਿਹੜੇ ਇਹ ਸਾਰਾ ਕੁਝ ਹੋਇਆ ਅਬੋਰਸ਼ਨ ਦੀਆਂ ਜਿਹੜੀਆਂ ਸੇਵਾਵਾਂ ਹੈ ਉਹਨਾਂ ਨੂੰ ਪਹੁੰਚਣ ਦੇ ਯੋਗ ਬਣਾਇਆ ਜਾ ਸਕੇ। ਦੇਖੋ ਹੁਣ 2021 ਦੇ ਵਿੱਚ ਕੀ ਹੋਈ, ਇੱਕ ਸੋਧ ਹੋਈ। ਉਹਨਾਂ ਸੋਧਾਂ ਦੇ ਵਿੱਚ ਕੁਝ ਐਕਟ ਪਾਸ ਹੋਏ ਸੀਗੇ ਜਿਸ ਵਿੱਚ ਸਾਰੀਆਂ ਔਰਤਾਂ ਨੂੰ ਕੁਝ ਜਿਹੜੇ ਅਸਫਲਤਾ ਅਬੋਰਸ਼ਨ ਦੇ ਸੰਬੰਧੀ ਅਸਫਲਤਾ ਦੇ ਆਧਾਰ ਤੇ ਸੁਰੱਖਿਆ ਸੇਵਾਵਾਂ ਦੇਣ ਦੀ ਆਗਿਆ ਦਿੱਤੀ ਗਈ ਸੀਗੀ। ਔਰਤ ਦੀਆਂ ਵਿਸ਼ੇਸ਼ ਸ਼੍ਰੇਣੀਆਂ ਦੇ ਲਈ ਜਿਹੜੀ ਇਹ ਅਵਸਥਾ ਹੁੰਦੀ ਹੈ, ਪ੍ਰੈਗਨੈਂਸੀ ਦੀ ਅਵਸਥਾ ਹੁੰਦੀ ਹੈ, ਇਸ ਦੀ ਸੀਮਾ ਨੂੰ ਵਧਾ ਕੇ ਕਿੰਨਾ ਕਰ ਦਿੱਤਾ ਗਿਆ ਸੀਗਾ 24 ਹਫ਼ਤਿਆਂ ਤੱਕ ਦਾ ਕਰਨਾ, ਤੇ ਇਸ ਅਵਸਥਾ ਨੂੰ ਕੀ ਹੈ ਕਿ 20 ਹਫ਼ਤਿਆਂ ਤੱਕ ਦੀ ਲੋੜ ਵਾਲੇ ਇੱਕ ਪ੍ਰਦਾਤਾ ਦੀ ਰਾਏ ਦੇ ਵਿੱਚ ਸ਼ਾਮਿਲ ਕਰਨਾ। ਹੁਣ ਦੇਖੋ ਗਰਭਪਾਤ ਕੀ ਹੁੰਦਾ ਕਿ ਜਦੋਂ ਪ੍ਰੈਗਨੈਂਟ ਹੁੰਦੀ ਹੈ ਔਰਤ ਉਦੋਂ 20 ਹਫ਼ਤਿਆਂ ਤੱਕ ਦੇ ਅਗਰ ਉਸਨੂੰ ਅਗਰ ਕੁਝ ਮਤਲਬ ਅਗਰ ਉਹ ਅਬੋਰਸ਼ਨ ਕਰਵਾਉਂਦੀ ਹੈ ਤਾਂ ਕੀ ਹੋ ਜਾਂਦਾ ਹੈ ਕਿ ਉਸਨੂੰ ਜੋ ਸਰੀਰਕ ਅਤੇ ਭਾਵਨਾਤਮਕ ਜਿਹੜੀ ਸਥਿਤੀ ਤੋਂ ਉਹ ਨਿਕਲਦੀ ਹੈ ਜਾਂ ਉਸਨੂੰ ਉਹ ਸਾਹਮਣਾ ਕਰਦੀ ਹੈ ਤਾਂ ਉਸਨੂੰ ਗਰਭਪਾਤ ਕਿਹਾ ਜਾਂਦਾ ਹੈ। ਦੇਖੋ ਹੁਣ ਇਸ ਦੇ ਵਿੱਚ ਕੀ ਹੈ ਕਿ ਸਰਕਾਰ ਦੇ ਜਨਤਕ ਰਾਸ਼ਟਰੀ ਬੀਮਾ ਫੰਡ ਹੈ ਜਿਹੜੇ ਸਾਨੂੰ ਮਿਲਦੇ ਹੈ, ਸਰਕਾਰੀ ਰਾਜ ਬੀਮਾ ਦੁਆਰਾ 100% ਹੈ ਜਿਹੜਾ ਅਜਿਹੀਆਂ ਸਰਜੀਕਲ ਜਿਹੜੇ ਗਰਭਪਾਤ ਲਈ ਦੇ ਜਿਹੜੇ ਪੈਕੇਜ ਮਿਲਦੇ ਆ ਉਹ ਇੱਕ ਰਕਮ ਨਿਰਧਾਰਿਤ ਕੀਤੀ ਗਈ ਸੀਗੀ ਜਿਸ ਵਿੱਚ ਸਲਾਹ ਮਸ਼ਵਰਾ ਅਗਰ ਅਜਿਹਾ ਕਰਕੇ
ਜਿਹੜਾ ਕੋਈ ਅਨਹੋਨੀ ਹੁੰਦੀ ਹੈ ਤਾਂ ਇਹਨਾਂ ਦੇ ਲਈ ਵੀ ਜਿਹੜੇ ਐਕਟ ਦੁਆਰਾ ਸੰਵਿਧਾਨ ਦੁਆਰਾ ਜਾਂ ਇਸ ਦੇ ਵਿੱਚ ਕੋਈ ਰਕਮ ਹੈ ਜਿਹੜੀ ਉਹ ਨਿਰਧਾਰਿਤ ਕੀਤੀ ਗਈ ਹੈ। ਉਹ ਕੀ ਹੈਗੀ ਹੈ 15,500, ਜਿਸ ਦੇ ਵਿੱਚ ਉਹ ਸਲਾਹ ਮਸ਼ਵਰਾ, ਸਾਡੀ ਚਿਕਿਤਸਾ ਹੋ ਗਈ, ਚਿਕਿਤਸਾ ਸਹਾਇਤਾ ਲੈ ਸਕਦੇ ਆ, ਮੈਡੀਕਲ ਸਹਾਇਤਾ ਐਡਵਾਈਸ ਲੈ ਸਕਦੇ ਆ, ਹਸਪਤਾਲ ਦੇ ਵਿੱਚ ਭਰਤੀ ਹੋਣਾ, ਐਡਮਿਟ ਕਰਵਾਉਣਾ, ਦਵਾਈ ਦਾ ਜਿਹੜਾ ਪੂਰਾ ਕੋਈ ਵੀ ਪੈਰਵਾਈ ਜਿਹੜੀ ਹੈ ਉਹ ਇਸ ਨਾਲ ਸੰਬੰਧਿਤ ਜਿਹੜੇ ਇਲਾਜ ਹੈ ਉਹ ਸ਼ਾਮਿਲ ਹੈ। ਹੁਣ ਇਸ ਵਾਸਤੇ ਕੀ ਹੈ ਕਿ ਜਿਹੜੀ ਇਹ ਦਰ ਹੈਗੀ ਹੈ ਇਸ ਨੂੰ ਸੈੱਟ ਕੀਤਾ ਗਿਆ ਜਿਸ ਦੇ ਨਾਲ USG ਸ਼ਾਮਿਲ ਹੈ। ਹੁਣ ਜਦੋਂ ਕੋਈ ਔਰਤ ਕਿਸੇ ਸੇਵਾ ਪ੍ਰਦਾਨਕ ਕੋਲੋਂ ਆਪਣੀ ਮਰਜ਼ੀ ਦੇ ਨਾਲ ਅਜਿਹਾ ਕੋਈ ਕੁਝ ਕਰਵਾਉਂਦੀ ਹੈ ਤਾਂ ਉਸਨੂੰ ਪ੍ਰੇਰਕ ਅਬੋਰਸ਼ਨ ਹੈ ਜਿਹੜਾ ਉਸਦਾ ਨਾਮ ਦਿੱਤਾ ਜਾਂਦਾ ਹੈ। ਸੋ ਇਹ ਸੀਗਾ ਅੱਜ ਦਾ ਆਪਣਾ ਸੈਕੰਡ ਮਸਲਾ, ਨਵੀਨ ਮਸਲਾ ਜੋ ਸਾਹਮਣੇ ਆਇਆ। ਥਰਡ ਹੈ ਆਪਣੇ ਕੋਲ ਵਰਲਡ ਹੈਲਥ ਆਰਗੇਨਾਈਜੇਸ਼ਨ ਗਲੋਬਲ ਸੈਂਟਰ ਆਫ ਟ੍ਰੈਡੀਸ਼ਨਲ ਮੈਡੀਸਨ। ਹੁਣ ਇਹ ਕੀ ਹੈ ਕਿ ਪ੍ਰਧਾਨ ਮੰਤਰੀ ਨੇ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰ ਮੰਤਰੀ ਮੰਡਲ ਨੇ ਬੁੱਧਵਾਰ ਨੂੰ ਗੁਜਰਾਤ ਦੇ ਜਾਮਨਗਰ ਵਿਖੇ ਵਿਸ਼ਵ ਸਾਹਿਤ ਸੰਗਠਨ ਇੱਕ ਗਲੋਬਲ ਸੈਂਟਰ ਆਫ ਜਿਹੜਾ ਹੈਗਾ ਟ੍ਰੈਡੀਸ਼ਨਲ ਮੈਡੀਸਿਨ ਦੀ ਸਥਾਪਨਾ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਇਸ ਦੇ ਨਾਲ ਕੀ ਹੋਇਆ ਕਿ ਭਾਰਤ ਸਰਕਾਰ ਨੇ ਅਗਰ ਇਸ ਚੀਜ਼ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਤਾਂ ਇਸ ਦੇ ਨਾਲ ਕੀ ਹੋਊਗਾ ਕਿ ਭਾਰਤ ਸਰਕਾਰ ਵੱਲੋਂ ਜਿਹੜੀ ਇਹ ਵਿਸ਼ਵ ਸੰਸਥਾ ਹੈਗੀ ਹੈ ਜਿਸ ਦੇ ਨਾਲ ਇਹ ਸਮਝੌਤਾ ਹੋਇਆ ਤਾਂ ਇਸ ਦੇ ਵਿੱਚ ਕਿਹੜੀਆਂ ਗੱਲਾਂ ਹੈ ਜਿਹੜੀਆਂ ਉਹ ਬੈਨੀਫੀਸ਼ੀਅਲ ਹੋਣਗੀਆਂ, ਕਿਵੇਂ ਇਸ ਦੇ ਜਿਹੜੇ ਕੇਂਦਰ ਹੈ ਉਹ ਸਥਾਪਿਤ ਹੋਣਗੇ ਜਾਂ ਆਉਣ ਵਾਲੇ ਭਵਿੱਖ ਦੇ ਵਿੱਚ ਇਸ ਦਾ ਕੀ ਸਰੂਪ ਹੋਵੇਗਾ। ਦੇਖੋ ਆਯੁਸ਼ ਮੰਤਰਾਲੇ ਹੈ ਜਿਹੜਾ ਇਸ ਦੇ ਅਧੀਨ ਸਥਾਪਿਤ ਹੋਣ ਵਾਲਾ WHO ਜਾਂ ਫਿਰ GCTM ਰਵਾਇਤੀ ਦਵਾਈਆਂ ਦਾ ਪਹਿਲਾ ਗਲੋਬਲ ਕੇਂਦਰ ਹੋਵੇਗਾ। ਇਸ ਕਦਮ ਦੇ ਨਾਲ ਵਿਸ਼ਵ ਭਰ ਦੇ ਵਿੱਚ ਆਯੁਸ਼ ਪ੍ਰਣਾਲੀਆਂ ਦੀ ਸਥਾਪਤੀ ਕਰਨਾ, ਇਸ ਦੇ ਵਿੱਚ ਪਰੰਪਰਾਗਤ ਦਵਾਈਆਂ ਦੇ ਨਾਲ ਵਿਸ਼ਵ ਸਿਹਤ ਸੰਬੰਧੀ ਜੋ ਸਾਡੇ ਹੈਗੇ ਆ ਮਸਲੇ, ਮੁੱਦੇ, ਮਾਮਲੇ ਉਹਨਾਂ ਦੀ ਅਗਵਾਈ ਕਰਨਾ, ਗੁਣਵੱਤਾ ਹੋ ਗਈ, ਸੁਰੱਖਿਆ ਹੋ ਗਈ, ਕਾਰਜਸ਼ੀਲਤਾ ਸੁਨਿਸ਼ਚਿਤ ਕਰਨਾ, ਕਿਵੇਂ ਕੰਮ ਦੇ ਢੰਗ ਹੈ ਜਿਹੜੇ ਉਹ ਕਰਨਾ ਸੁਨਿਸ਼ਚਿਤ ਕਰਨਾ, ਵਿਸ਼ੇਸ਼ ਸਮਰੱਥਾ ਦੇ ਵਿਕਾਸ ਦੌਰਾਨ ਪਰੰਪਰਾਗਤ ਦਵਾਈਆਂ ਦੀ ਪਹੁੰਚ ਅਤੇ ਤਰਕ ਸੰਗਤ ਹੈ ਜਿਹੜੀ ਇਸ ਦੀ ਵਰਤੋਂ ਕਰਨਾ ਜਾਂ ਇਸ ਦੇ ਵਿੱਚ ਸੁਨਿਸ਼ਚਿਤ ਕਰਨਾ ਕਿ ਇਸ ਦੇ ਵਿੱਚੋਂ ਸਾਨੂੰ ਜੇ ਕੀ ਮਦਦ ਹੈ ਜਿਹੜੀ ਉਹ ਮਿਲ ਸਕੇਗੀ। ਸੋ ਇਸ ਪ੍ਰਕਾਰ ਜਿਹੜੇ ਅਜਿਹੇ ਮੁੱਦੇ ਆ ਆਪਣੇ ਕੋਲ, ਇੱਕ ਜਿਹੜੀ ਹੈ ਟ੍ਰੈਡੀਸ਼ਨਲ ਮੈਡੀਸਿਨ ਦੇ ਅਧੀਨ ਵੀ ਪ੍ਰਧਾਨ ਮੰਤਰੀ ਦੇ ਵਿਚਾਰਾਂ ਦਾ ਜਿਹੜਾ ਇਹ ਸਮਝੌਤਾ ਹੋਇਆ ਵਿਸ਼ਵ ਜਿਹੜਾ ਸਾਹਿਤ ਸੰਗਠਨ ਦੇ ਉਹਦੇ ਨਾਲ ਵਿਸ਼ੇ ਦੇ ਨਾਲ, ਸੋ ਇਸ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਸੋ ਇਸ ਪ੍ਰਕਾਰ ਇਹ ਸਨ ਸਾਡੇ ਅੱਜ ਦੇ ਕੁਝ ਨਵੀਨ ਮਸਲੇ ਜੋ ਸਾਡੇ ਸਾਹਮਣੇ ਆਏ। ਧੰਨਵਾਦ।